ਵਾਹਿਗੁਰੂ ਜੀ। ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਲੜੀਵਾਰ ਗੁਰਬਾਣੀ ਦੀ ਵਿਆਖਿਆ ਨੂੰ ਅੱਗੇ ਤੋਰਦੇ ਹੋਏ ਆਓ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਹਨ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ। ਅਸੰਖ ਦਾ ਅਰਥ ਹੈ ਉਹ ਗਿਣਤੀ ਜੋ ਗਿਣੀ ਨਾ ਜਾ ਸਕੇ, ਭਾਵ ਬੇਅੰਤ। ਸੋ ਬੇਅੰਤ ਹੀ ਅਨੇਕਾਂ ਹੀ ਲੋਕ, ਅਨੇਕਾਂ ਹੀ ਪ੍ਰਾਣੀ ਜਨ ਜਪ ਕਰਦੇ ਹਨ, ਵਾਹਿਗੁਰੂ ਦਾ ਜਪ ਕਰਦੇ ਹਨ। ਉਹਨਾਂ ਦੀ ਵੀ ਗਿਣਤੀ ਨਹੀਂ ਹੋ ਸਕਦੀ। ਅਸੰਖ ਭਾਉ, ਭਾਉ ਦਾ ਅਰਥ ਹੈ ਪ੍ਰੇਮ। ਵਾਹਿਗੁਰੂ ਦੇ ਪ੍ਰੇਮ ਦੇ ਵਿੱਚ, ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਵੀ ਅਨੇਕਾਂ ਲੋਕ, ਅਨੇਕਾਂ ਪ੍ਰਾਣੀ ਲੱਗੇ ਹੋਏ ਹਨ, ਉਹਨਾਂ ਦੀ ਵੀ ਗਿਣਤੀ ਨਹੀਂ ਹੋ ਸਕਦੀ। ਅਸੰਖ ਪੂਜਾ, ਅਨੇਕਾਂ ਹੀ ਲੋਕ ਪਰਮੇਸ਼ਰ ਦੀ ਪੂਜਾ ਕਰਦੇ ਹਨ। ਅਸੰਖ ਤਪ, ਅਸੰਖ ਤਪ ਤਾਉ, ਅਨੇਕਾਂ ਹੀ ਜੋ ਪ੍ਰਾਣੀ ਹਨ ਉਹ ਵੱਖ ਵੱਖ ਤਰ੍ਹਾਂ ਦੇ ਤਪ ਕਰਦੇ ਹਨ। ਸੋ ਭਾਵ ਵਾਹਿਗੁਰੂ ਦਾ ਨਾਮ ਜਪਣ ਵਾਲੇ, ਵਾਹਿਗੁਰੂ ਨੂੰ ਯਾਦ ਕਰਨ ਵਾਲੇ ਲੋਕ ਅਨੇਕਾਂ ਹੀ ਹਨ। ਇਸ ਕਰਕੇ ਕਦੇ ਮਨੁੱਖ ਨੂੰ ਇਹ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਮੈਂ ਬਹੁਤ ਨਾਮ ਜਪਦਾ ਹਾਂ, ਜਾਂ ਮੇਰੇ ਵਰਗਾ ਜਿੰਨਾ ਮੈਂ ਪਾਠ ਕਰਦਾ ਹਾਂ ਉਹਨਾਂ ਕੋਈ ਕਰਦਾ ਨਹੀਂ ਹੈ। ਇੱਥੇ ਗੁਰੂ ਸਾਹਿਬ ਦੱਸ ਰਹੇ ਹਨ ਕਿ ਜਪ ਤਪ ਕਰਨ ਵਾਲੇ, ਪਰਮੇਸ਼ਰ ਨੂੰ ਪ੍ਰੇਮ ਕਰਨ ਵਾਲੇ, ਪਰਮੇਸ਼ਰ ਦੀ ਪੂਜਾ ਕਰਨ ਵਾਲੇ ਅਨੇਕਾਂ ਹੀ ਪ੍ਰਾਣੀ ਹਨ, ਜਿਨ੍ਹਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਅਨੇਕਾਂ ਹੀ ਐਸੇ ਲੋਕ ਹਨ ਜੋ ਵੇਦਾਂ ਦਾ ਪਾਠ, ਵੇਦਾਂ ਦੇ ਗ੍ਰੰਥਾਂ ਦਾ ਪਾਠ ਆਪਣੇ ਮੂੰਹ ਨਾਲ ਕਰਦੇ ਹਨ। ਅਨੇਕਾਂ ਹੀ ਉਹ ਹਨ ਜਿਨ੍ਹਾਂ ਨੇ ਯੋਗ ਧਾਰਨ ਕੀਤਾ ਹੋਇਆ ਹੈ, ਯੋਗ ਦੀਆਂ ਸਮਾਧੀਆਂ ਲਾਉਂਦੇ ਹਨ। ਮਨ ਰਹੇ ਉਦਾਸ, ਮਨ ਦੇ ਵਿੱਚ ਉਦਾਸੀ ਧਾਰਨ ਕਰਦੇ ਹਨ, ਭਾਵ ਸੰਸਾਰ ਵੱਲੋਂ ਉਪਰਾਮ ਹੋ ਕੇ, ਸੰਸਾਰ ਵੱਲੋਂ ਉਦਾਸ ਹੋ ਕੇ ਚੱਲਦੇ ਹਨ। ਭਾਵ ਕਿ ਉਹ ਅਨੇਕਾਂ ਹੀ ਪ੍ਰਾਣੀ ਐਸੇ ਹਨ ਜੋ ਸੰਸਾਰ ਤੋਂ ਨਿਰਲੇਪ ਰਹਿ ਕੇ ਆਪਣਾ ਜੀਵਨ ਜਿਉਂਦੇ ਹਨ, ਪਰਮਾਤਮਾ ਦੀ ਭਗਤੀ ਕਰਦੇ ਹਨ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਨੇਕਾਂ ਹੀ ਐਸੇ ਭਗਤ ਹਨ ਜੋ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰਦੇ ਹਨ, ਗਿਆਨ ਦੇ ਰਾਹੀਂ ਪਰਮੇਸ਼ਰ ਦੀਆਂ ਬਾਤਾਂ ਪਾਉਂਦੇ ਹਨ, ਗਿਆਨ ਦੇ ਰਾਹੀਂ ਪਰਮੇਸ਼ਰ ਨੂੰ ਯਾਦ ਕਰਦੇ ਹਨ। ਅਸੰਖ ਸਤੀ, ਸਤੀ ਦਾ ਇੱਥੇ ਅਰਥ ਹੈ ਦਾਨੀ। ਅਨੇਕਾਂ ਹੀ ਲੋਕ ਹਨ ਜੋ ਦਾਨ ਕਰਦੇ ਹਨ, ਦਾਤਾਰ ਹਨ ਜੋ ਆਪਣੇ ਆਪ ਨੂੰ ਦਾਤਾਰ ਸਮਝਦੇ ਹਨ। ਵੈਸੇ ਤਾਂ ਦਾਤਾਰ ਇੱਕ ਅਕਾਲ ਪੁਰਖ ਹੀ ਹੈ, ਪਰ ਅੱਗੋਂ ਜੋ ਜਿਨ੍ਹਾਂ ਦੇ ਕੋਲ ਮਾਇਆ ਹੈ ਜਾਂ ਕੁਝ ਹੋਰ ਵਸਤਾਂ ਹਨ ਉਹ ਅੱਗੋਂ ਦਾਨ ਕਰਦੇ ਹਨ, ਉਹਨਾਂ ਨੂੰ ਇੱਥੇ ਦਾਤਾਰ ਆਖਿਆ ਹੈ। ਉਹ ਵੀ ਅਨੇਕਾਂ ਹਨ, ਬੇਅੰਤ ਹਨ, ਗਿਣਤੀ ਤੋਂ ਪਰੇ ਹਨ। ਅਸੰਖ ਸੂਰ ਮੋਹ ਭਖਸਾਰ, ਅਸੰਖ ਮੋਨ ਲਿਵ ਲਾਏ ਤਾਰ। ਸੂਰ ਦਾ ਇੱਥੇ ਅਰਥ ਹੈ ਸੂਰਮੇ। ਅਨੇਕਾਂ ਹੀ ਸੂਰਮੇ ਹਨ। ਮੋਹ ਭਖਸਾਰ ਦਾ ਅਰਥ ਹੈ ਜੋ ਆਪਣੇ ਉੱਪਰ ਹਥਿਆਰਾਂ ਦੇ ਵਾਰ ਸਹਿੰਦੇ ਹਨ। ਸੋ ਅਨੇਕਾਂ ਹੀ ਸੂਰਮੇ ਜੋ ਆਪਣੇ ਜੰਗਾਂ ਯੁੱਧਾਂ ਦੇ ਵਿੱਚ ਹਥਿਆਰਾਂ ਦੇ ਵਾਰ ਆਪਣੇ ਉੱਪਰ ਸਹਿੰਦੇ ਹਨ, ਉਹ ਵੀ ਬੇਅੰਤ ਹਨ। ਅਸੰਖ ਮੋਨ ਲਿਵ ਲਾਏ ਤਾਰ, ਅਨੇਕਾਂ ਹੀ ਐਸੇ ਹਨ ਜੋ ਮੋਨ ਧਾਰਨ ਕਰਕੇ ਪਰਮੇਸ਼ਰ ਦੀ ਭਗਤੀ ਕਰਦੇ ਹਨ, ਸਮਾਧੀ ਲਾ ਕੇ ਬੈਠੇ ਹਨ। ਭਾਵੇਂ ਕਿ ਪਹਿਲੀਆਂ ਪੌੜੀਆਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਜੋ ਬਿਆਨ ਕੀਤਾ ਹੈ ਕਿ ਸਮਾਧੀਆਂ ਲਾਉਣ ਦੇ ਨਾਲ ਜਾਂ ਮੌਨ ਧਾਰਨ ਕਰਨ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਮਨ ਜੋ ਹੈ, ਮਨ ਦੇ ਵਿਚਾਰ ਹਨ, ਜੋ ਮਨ ਦੇ ਫੁਰਨੇ ਹਨ, ਉਹ ਸਮਾਧੀ ਲਾਉਣ ਦੇ ਨਾਲ
ਜਾਂ ਮੌਨ ਧਾਰਨ ਕਰਨ ਦੇ ਨਾਲ ਰੁਕਦੇ ਨਹੀਂ ਹਨ। ਇਸ ਕਰਕੇ ਗੁਰਮਤਿ ਦੇ ਵਿੱਚ ਮੌਨ ਧਾਰਨ ਕਰਨ ਨੂੰ, ਸਮਾਧੀ ਲਾਉਣ ਦੀ ਕੋਈ ਜੋ ਵਡਿਆਈ ਨਹੀਂ ਹੈ, ਉਸ ਦੀ ਕੋਈ ਮਹਾਨਤਾ ਨਹੀਂ, ਉਸ ਦਾ ਖੰਡਨ ਹੈ। ਇਸ ਕਰਕੇ ਪਰ ਫਿਰ ਗੁਰੂ ਸਾਹਿਬ ਇੱਥੇ ਇਹ ਦੱਸ ਰਹੇ ਹਨ ਇਸ ਪੌੜੀ ਦੇ ਵਿੱਚ ਕਿ ਅਨੇਕਾਂ ਹੀ ਲੋਕ ਹਨ ਜੋ ਪਰਮੇਸ਼ਰ ਦੀ ਭਗਤੀ ਵੱਖ-ਵੱਖ ਤਰੀਕਿਆਂ ਨਾਲ ਕਰ ਰਹੇ ਹਨ, ਆਪੋ ਆਪਣੇ ਤਰੀਕਿਆਂ ਦੇ ਨਾਲ ਉਸ ਨੂੰ ਯਾਦ ਕਰ ਰਹੇ ਹਨ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾਂ ਏਕ ਵਾਰ। ਇਸ ਤਰ੍ਹਾਂ ਕੁਦਰਤ ਦੇ ਵਿੱਚ, ਇਸ ਸ੍ਰਿਸ਼ਟੀ ਦੇ ਵਿੱਚ, ਇਸ ਬ੍ਰਹਿਮੰਡ ਦੇ ਵਿੱਚ ਅਨੇਕਾਂ ਹੀ ਲੋਕ, ਅਨੇਕਾਂ ਹੀ ਪ੍ਰਾਣੀ ਵੱਖ-ਵੱਖ ਤਰ੍ਹਾਂ ਦੇ ਜੋ ਕਾਰ ਕਰ ਰਹੇ ਹਨ, ਵੱਖ-ਵੱਖ ਤਰ੍ਹਾਂ ਨਾਲ ਭਗਤੀ ਕਰ ਰਹੇ ਹਨ। ਉਹਨਾਂ ਬਾਰੇ ਕੀ ਵਿਚਾਰ ਕੀਤੀ ਜਾ ਸਕਦੀ ਹੈ, ਕਿਉਂਕਿ ਕੁਦਰਤ ਦਾ ਕੋਈ ਅੰਤ ਨਹੀਂ ਹੈ, ਕੁਦਰਤ ਬੇਅੰਤ ਹੈ। ਇਸ ਕਰਕੇ ਅਸੀਂ ਤਾਂ ਉਸ ਕੁਦਰਤ ਤੋਂ, ਉਸ ਪਰਮੇਸ਼ਰ ਤੋਂ ਇੱਕ ਵਾਰੀ ਵੀ ਬਲਿਹਾਰੇ ਨਹੀਂ ਜਾ ਸਕਦੇ। ਵਾਰਿਆ ਨਾ ਜਾਵਾਂ ਇੱਕ ਵਾਰ, ਉਸ ਵਾਹਿਗੁਰੂ ਤੋਂ ਅਸੀਂ ਤਾਂ ਇੱਕ ਵਾਰੀ ਬਲਿਹਾਰ ਵੀ ਨਹੀਂ ਜਾ ਸਕਦੇ, ਕਿਉਂਕਿ ਉਹ ਆਪ ਬੇਅੰਤ ਹੈ, ਉਸ ਦੀ ਰਚਨਾ ਵੀ ਬੇਅੰਤ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਵਾਹਿਗੁਰੂ ਪਰਮੇਸ਼ਰ ਜੀਓ, ਜੋ ਆਪ ਜੀ ਨੂੰ ਭਾਉਂਦਾ ਹੈ ਉਸੇ ਤਰ੍ਹਾਂ ਹੀ ਸੰਸਾਰ ਦੇ ਵਿੱਚ ਹੁੰਦਾ ਹੈ। ਉਹੀ ਭਲਾ ਕੰਮ ਹੈ ਜੋ ਆਪ ਜੀ ਨੂੰ ਭਾਉਂਦਾ ਹੈ, ਕਿਉਂਕਿ ਵਾਹਿਗੁਰੂ ਜੀਓ ਤੂੰ ਸਦਾ ਸਲਾਮਤ ਨਿਰੰਕਾਰ, ਆਪ ਜੀ ਸਦਾ ਸਲਾਮਤ ਹੋ, ਸਦਾ ਇਸ ਸੰਸਾਰ ਤੇ ਸ੍ਰਿਸ਼ਟੀ ਦੇ ਵਿੱਚ ਰਹਿਣ ਵਾਲੇ ਹੋ। ਨਿਰੰਕਾਰ ਆਕਾਰ ਰਹਿਤ ਪਰਮੇਸ਼ਰ ਸਦਾ ਹੀ ਇਸ ਸ੍ਰਿਸ਼ਟੀ ਦੇ ਵਿੱਚ ਮੌਜੂਦ ਹੈ, ਮੌਜੂਦ ਰਹੇਗਾ, ਮੌਜੂਦ ਹੋਵੇਗਾ। ਸੋ ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਹੀ ਅਸੀਂ ਗਾਉਣੇ ਹਨ, ਕਿਉਂਕਿ ਜੋ ਸਦਾ ਸਲਾਮਤ ਹੈ, ਸਦਾ ਅਟਲ ਹੈ, ਹਮੇਸ਼ਾ ਰਹਿਣ ਵਾਲਾ ਹੈ, ਉਸ ਨੂੰ ਹੀ ਅਸੀਂ ਯਾਦ ਕਰਨਾ ਹੈ। ਬਾਕੀ ਦੀ ਜੋ ਸ੍ਰਿਸ਼ਟੀ ਹੈ, ਜੋ ਦਿਸਦਾ ਸੰਸਾਰ ਹੈ, ਉਹ ਨਾਸ਼ਮਾਨ ਹੈ। ਇਸ ਕਰਕੇ ਵਾਹਿਗੁਰੂ ਨਾਲ ਅਸੀਂ ਆਪਣਾ ਜੋ ਪਰਮੇਸ਼ਰ ਦੇ ਨਾਲ ਮਨ ਜੋੜਨਾ ਹੈ, ਪਰਮੇਸ਼ਰ ਦੀ ਭਗਤੀ ਕਰਨੀ ਹੈ, ਉਸ ਨੂੰ ਹੀ ਯਾਦ ਕਰਨਾ ਹੈ, ਉਸ ਨੂੰ ਯਾਦ ਕਰਦਿਆਂ ਕਰਦਿਆਂ ਆਪਣਾ ਜੀਵਨ ਬਤੀਤ ਕਰਨਾ ਹੈ। ਇਹ ਅੱਜ ਦੀ ਪੌੜੀ ਦੀ ਵਿਚਾਰ ਹੈ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਨ ਜੀ। ਪਰਮੇਸ਼ਰ ਦੇ ਵਿੱਚ, ਪਰਮੇਸ਼ਰ ਨਾਲ ਪਿਆਰ ਸਾਡੇ ਮਨਾਂ ਦੇ ਵਿੱਚ ਪੈਦਾ ਹੋਵੇ ਜੀ। ਇਹੋ ਅਰਦਾਸ ਹੈ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।